ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਹਰ ਹਰ ਗੁਰ ਗੁਰ ਕਰਤ ਭਰਮ ਗਏ, ਮੇਰੇ ਮਨ ਸਭ ਸੁਖ ਪਾਇਓ। ਰਹਾਉ। ਹਰ ਹਰ ਗੁਰ ਗੁਰ ਕਰਤ ਭਰਮ ਗਏ, ਮੇਰੇ ਮਨ ਸਭ ਸੁਖ ਪਾਇਓ। ਰਹਾਉ। ਬਲ ਤੋ ਜਲ ਤੋ ਤੌਕਿਆ, ਗੁਰ ਚੰਦਨ ਸੀਤ ਲਾਇਓ। ਅਗਿਆਨ ਅੰਧੇਰਾ ਮਿਟ ਗਿਆ, ਗੁਰ ਗਿਆਨ ਦੀ ਪਾਇਓ। ਪਾਵਕ ਸਾਗਰ ਗਹਿਰੋ, ਚਾਰ ਸੰਤਨ ਨਾਵ ਤਰਾਇਓ। ਨਾ ਹਮ ਕਰਮ ਨਾ ਧਰਮ ਸੁਚ, ਪ੍ਰਭ ਗਹਿ ਭੁਜਾ ਆਪਾਇਓ। ਭਉ ਖੰਡਨ ਦੁਖ ਭੰਜਨੋ, ਭਗਤ ਵਛਲ ਹਰਿ ਨਾਇਓ। ਅਨਾਥੈ ਨਾਥ ਕਿਰਪਾਲ ਦੀਨ, ਸਮਰੱਥ ਸੰਤ ਉਟਾਇਓ। ਨਿਰਗੁਣਿਆਰੇ ਕੀ ਬੇਨਤੀ, ਦੇਹੋ ਦਰਸ ਹਰਿ ਰਾਇਓ। ਨਾਨਕ ਸਰਨ ਤੁਹਾਰੀ ਠਾਕੁਰ, ਸੇਵਕ ਦੁਆਰੈ ਆਇਓ। ਨਾਨਕ ਸਰਨ ਤੁਹਾਰੀ ਠਾਕੁਰ, ਸੇਵਕ ਦੁਆਰੈ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਜ਼ਬਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਲੋਕ ਪਰਲੋਕ ਦੇ ਰਾਖੇ, ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ, ਗੁਰੂ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਰਾਗ ਦੇ ਅੰਦਰ ਅਸ਼ਟਪਦੀਆਂ 8 ਪਦਿਆਂ ਵਾਲੇ ਸ਼ਬਦ। ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਦੋ ਸੌ 41 ਅੰਗ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਸ਼ੋਭਿਤ। ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਹਾਰਾਜ ਜੀ ਕਥਨ ਕਰਦੇ ਹਨ, ਹਰ ਹਰ ਗੁਰ ਗੁਰ ਕਰਤ ਭਰਮ ਗਏ, ਕਿ ਹੇ ਭਾਈ ਪੂਰੇ ਗੁਰਾਂ ਦੁਆਰਾ ਜੋ ਚੇਤਨ ਹਰੀ ਪਰਮੇਸ਼ਰ ਹੈ, ਕਿ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਣ ਕਰਕੇ 5 ਪ੍ਰਕਾਰ ਦੇ ਭਰਮ ਹਿਰਦੇ ਚੋਂ ਚਲੇ ਗਏ ਹਨ। ਹਰ ਹਰ ਗੁਰ ਗੁਰ ਕਰਤ ਭਰਮ ਗਏ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਪੂਰੇ ਗੁਰਾਂ ਦੁਆਰਾ ਕਿ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਣ ਕਰਕੇ 5 ਪ੍ਰਕਾਰ ਦੇ ਭਰਮ ਚਲੇ ਗਏ ਹਨ। ਚੇਤਨ ਸਰੂਪ ਪਰਮੇਸ਼ਰ ਦਾ ਜੋ ਨਾਮ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ, ਐਸੇ ਨਾਮ ਨੂੰ ਪੂਰੇ ਗੁਰਾਂ ਦੁਆਰਾ ਜਪਣੇ ਕਰਕੇ ਸਾਰੇ ਭਰਮ ਚਲੇ ਗਏ ਹਨ।
ਮੇਰਾ ਮਨ ਸਭ ਸੁਖ ਪਾਇਓ। ਮਹਾਰਾਜ ਜੀ ਕਹਿਣ ਲੱਗੇ, ਜੋ ਚੇਤਨ ਸਰੂਪ ਹਰੀ ਪਰਮੇਸ਼ਰ ਹੈ, ਉਸ ਦੇ ਨਾਮ ਨੂੰ ਜਪਣ ਕਰਕੇ ਪਾਪਾਂ ਦਾ ਜੋ ਨਾਸ ਹੋ ਗਿਆ ਹੈ, ਕਿ ਪੂਰੇ ਗੁਰਾਂ ਦੁਆਰਾ ਜਪਣਾ ਕਰਿਆ ਹੈ। ਜਪਣਾ ਕਰਕੇ ਪਰਮੇਸ਼ਰ ਦੇ ਨਾਮ ਦਾ ਸਾਰੇ ਭਰਮ ਚਲੇ ਗਏ ਹਨ। ਮੇਰਾ ਮਨ, ਇਉਂ ਮੇਰੇ ਮਨ ਨੇ ਸਭ ਸੁਖ ਪਾਇਆ, ਸਾਰੇ ਸੁੱਖਾਂ ਨੂੰ ਪਾਉਣਾ ਕੀਤਾ ਹੈ। ਸੁੱਖਾਂ ਦੀ ਪ੍ਰਾਪਤੀ ਹੋਈ ਹੈ। ਮਹਾਰਾਜ ਜੀ ਕਹਿਣ ਲੱਗੇ, ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਬਲ ਤੋ ਜਲ ਤੋ ਤੌਕਿਆ, ਗੁਰ ਚੰਦਨ ਸੀਤ ਲਾਇਓ, ਕਿ ਮੈਂ ਕਾਮ ਕ੍ਰੋਧ ਲੋਭ ਮੋਹ ਅਤੇ ਤ੍ਰਿਸ਼ਨਾ ਰੂਪੀ ਅੱਗ ਵਿੱਚ ਬਲ ਤੋਂ ਜਲ ਤੋਂ ਸੜਦਾ ਬਲਦਾ ਸੀ। ਜਿਸ ਵੇਲੇ ਗੁਰੂ ਸਾਹਿਬ ਜੀ ਨੇ ਨਾਮ ਰੂਪੀ ਚੰਦਨ ਤਰਕਿਆ ਭਾਵ ਛਿੜਕ ਦਿੱਤਾ, ਤਾਂ ਮਨ ਸੀਤ ਲਾਇਓ, ਮਨ ਠੰਡਾ ਹੋ ਗਿਆ। ਬਲ ਤੋ ਜਲ ਤੋ ਤੌਕਿਆ, ਗੁਰ ਚੰਦਨ ਸੀਤ ਲਾਇਓ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਮੈਂ ਕਾਮ ਕ੍ਰੋਧ ਲੋਭ ਮੋਹ ਅਤੇ ਤ੍ਰਿਸ਼ਨਾ ਰੂਪੀ ਅੱਗ ਵਿੱਚ ਜਲ ਤੋਂ ਬਲ ਤੋਂ ਸੜਦਾ ਬਲਦਾ ਸੀ। ਜਿਸ ਵੇਲੇ ਗੁਰੂ ਸਾਹਿਬ ਜੀ ਨੇ ਨਾਮ ਰੂਪੀ ਚੰਦਨ ਛਿੜਕ ਦਿੱਤਾ, ਤਾਂ ਮਨ ਸੀਤ ਲਾਇਓ, ਮਨ ਠੰਡਾ ਹੋ ਗਿਆ। ਜੇਕਰ ਕੜਾਹਾ ਪਾਣੀ ਦਾ ਉਬਲਦਾ ਹੋਵੇ, ਉਸ ਵਿੱਚ 1 ਤੋਲਾ ਚੰਦਨ ਪਾ ਦੇਈਏ, ਤਾਂ ਉਹ ਬਰਫ਼ ਵਰਗਾ ਠੰਡਾ ਹੋ ਜਾਂਦਾ ਹੈ। ਪਰੰਤੂ ਅਸਲੀ ਚੰਦਨ ਹੋਵੇ, ਕਿ ਨਕਲੀ ਨਾ ਹੋਵੇ, ਜੇ ਅਸਲੀ ਚੰਦਨ ਹੋਵੇ, ਪਾਣੀ ਦਾ ਕੜਾਹਾ ਉਬਲਦਾ ਹੋਵੇ, ਉਸ ਦੇ ਵਿੱਚ 1 ਤੋਲਾ ਚੰਦਨ ਦਾ ਪਾ ਦੇਈਏ, ਤਾਂ ਉਹ ਠੰਡਾ ਹੋ ਜਾਂਦਾ ਹੈ। ਜਿਵੇਂ ਪਾਣੀ ਧਰਤੀ ਤੇ ਛਿੜਕੀਂਦਾ ਹੈ, ਇਸੇ ਪ੍ਰਕਾਰ ਹਿਰਦੇ ਰੂਪੀ ਧਰਤੀ ਤੇ ਸਤਿਗੁਰਾਂ ਦੁਆਰਾ ਨਾਮ ਰੂਪੀ ਪਾਣੀ ਛਿੜਕਣਾ ਕਰੀਏ, ਤਾਂ ਕਿ ਇਹ ਹਿਰਦਾ ਰੂਪੀ ਜੋ ਹਿਰਦੇ ਰੂਪੀ ਧਰਤੀ ਹੈ, ਇਹ ਠੰਡੀ ਹੋ ਜਾਏ। ਅਗਿਆਨ ਅੰਧੇਰਾ ਮਿਟ ਗਿਆ। ਮਹਾਰਾਜ ਜੀ ਕਥਨ ਕਰਦੇ ਹਨ, ਜਦੋਂ ਗੁਰੂ ਸਾਹਿਬ ਜੀ ਨੇ ਉਪਦੇਸ਼ ਦੇ ਕੇ ਹਿਰਦੇ ਵਿੱਚ ਗਿਆਨ ਰੂਪੀ ਦੀਪਕ ਦੀਵਾ ਜਗਾਉਣਾ ਕੀਤਾ, ਅਗਿਆਨ ਅੰਧੇਰਾ ਮਿਟ ਗਿਆ, ਗੁਰ ਗਿਆਨ ਦੀ ਪਾਇਓ। ਕਿ ਜਦੋਂ ਗੁਰੂ ਸਾਹਿਬ ਜੀ ਨੇ ਉਪਦੇਸ਼ ਦੇ ਕੇ ਹਿਰਦੇ ਵਿੱਚ ਗਿਆਨ ਰੂਪੀ ਦੀਵਾ ਜਗਾਉਣਾ ਕੀਤਾ, ਤਦੋਂ ਅਗਿਆਨ ਦਾ ਹਨੇਰਾ ਸੀ ਜਿਹੜਾ ਉਹ ਮਿਟ ਗਿਆ, ਤੇ ਗਿਆਨ ਦਾ ਚਾਨਣ ਹੋ ਗਿਆ। ਪਾਵਕ ਸਾਗਰ ਗਹਿਰੋ, ਚਾਰ ਸੰਤਨ ਨਾਵ ਤਰਾਇਓ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ, ਪਾਵਕ ਸਾਗਰ ਗਹਿਰੋ। ਪਾਵਕ ਹੁੰਦਾ ਹੈ ਅੱਗ, ਕਿ ਮਾਇਆ ਰੂਪੀ ਪਾਵਕ, ਮਾਇਆ ਰੂਪੀ ਅਗਨੀ ਦਾ ਸਾਗਰ ਸਮੁੰਦਰ ਬਹੁਤ ਗਹਿਰੋ, ਬਹੁਤ ਡੂੰਘਾ ਹੈ। ਪਾਵਕ ਸਾਗਰ ਗਹਿਰੋ, ਕਿ ਮਾਇਆ ਰੂਪੀ ਪਾਵਕ ਅਗਨੀ ਦਾ ਸਮੁੰਦਰ ਬਹੁਤ ਗਹਿਰਾ ਹੈ, ਡੂੰਘਾ ਹੈ। ਉਸ ਤੋਂ 4 ਸੰਤਨ ਨਾਵ ਤਰਾਇਓ, ਕਿ ਉਸ ਤੋਂ ਸੰਤਾਂ ਨੇ ਭਗਤੀ ਰੂਪੀ ਨਾਮ, ਭਗਤੀ ਰੂਪੀ ਬੇੜੀ ਤੇ ਚਾੜ ਕੇ ਮੈਨੂੰ ਧਾਰਨਾ ਕੀਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਸਿਫਤ ਸਲਾਹ ਕਰਦੇ ਹਨ ਕਿ ਪਾਵਕ ਸਾਗਰ ਗਹਿਰੋ, ਚਾਰ ਸੰਤਨ ਨਾਵ ਤਰਾਇਓ, ਕਿ ਮਾਇਆ ਰੂਪੀ ਅਗਨੀ ਦਾ ਸਮੁੰਦਰ ਬਹੁਤ ਡੂੰਘਾ ਹੈ। ਉਸ ਤੋਂ ਸੰਤਾਂ ਨੇ ਭਗਤੀ ਰੂਪੀ ਨਾਮ, ਭਗਤੀ ਰੂਪੀ ਬੇੜੀ ਤੇ ਚਾੜ ਕੇ ਮੈਨੂੰ ਤਾਰਨਾ ਕੀਤਾ ਹੈ। ਨਾ ਹਮ ਕਰਮ ਨਾ ਧਰਮ ਸੁਚ, ਪ੍ਰਭ ਗਹਿ ਭੁਜਾ ਆਪਾਇਓ। ਮਹਾਰਾਜ ਜੀ ਕਹਿਣ ਲੱਗੇ, ਨਾ ਹਮ ਮੈਂ ਕੋਈ ਨਿਸ਼ਕਾਮ ਕਰਮ ਕੀਤਾ ਸੀ, ਨਾ ਹੀ ਸੱਚ ਧਰਮ, ਕਿ ਨਾ ਹੀ ਸੱਚਾ ਧਰਮ ਦ੍ਰਿੜ ਕੀਤਾ ਸੀ, ਅਤੇ ਨਾ ਹੀ ਮੇਰੇ ਅੰਦਰ ਵਿਸ਼ਿਆਂ ਤੋਂ ਰਹਿਤ ਹੋਣ ਦੀ ਸੁਚਮਤਾ ਆਈ ਸੀ।
पार फेर भी प्राब गह भुजा अपायो। फिर भी प्रभु हरि अकाल पुरख ने बिरती रूपी भुजा बिरती रूपी बाँह पकड़ के अपना बना लिया। ना हम कर्म ना धर्म सुच प्रभ गह भुजा अपायो। महाराज जी कहन लगे, ना मैं कोई निष्काम कर्म कीता सी, ना ही सच्चा धर्म दृढ़ कीता ही सी, ਅਤੇ ਨਾ ਹੀ ਮੇਰੇ ਅੰਦਰ ਵਿਸ਼ਿਆਂ ਤੋਂ ਰਹਿਤ ਹੋਣ ਦੀ ਸੁਚਮਤ ਆਈ ਸੀ। ਪਰ ਪ੍ਰਭ ਗਹਿ ਭੁਜਾ ਅਪਾਇਓ। ਪਰ ਫਿਰ ਵੀ ਪ੍ਰਭੂ ਹਰੀ ਨੇ ਬਿਰਤੀ ਰੂਪੀ ਬਾਂਹ ਪਕੜ ਕੇ ਆਪਣਾ ਬਣਾ ਲਿਆ ਹੈ। ਭਉ ਖੰਡਨ ਦੁਖ ਭੰਜਨ ਭਗਤ ਬਚਲ ਹਰ ਨਾਇਓ। ਮਹਾਰਾਜ ਜੀ ਕਹਿਣ ਲੱਗੇ, ਹਰੀ ਪ੍ਰਭੂ ਦੇ ਭੈ ਤੇ ਖੰਡਣ ਵਾਲਾ, ਹਰੀ ਪ੍ਰਭੂ ਭੈ ਡਰ ਦੇ ਖੰਡਣ ਵਾਲਾ, ਡਰ ਦੇ ਨਾਸ ਕਰਨ ਵਾਲਾ, ਅਤੇ ਦੁੱਖਾਂ ਨੂੰ ਭੰਜਣ ਵਾਲਾ, ਦੁੱਖਾਂ ਦੇ ਨਾਸ ਕਰਨ ਵਾਲਾ ਹੈ। ਹਰੀ ਪ੍ਰਭੂ ਭੈ ਦੇ ਖੰਡਣ ਵਾਲਾ ਹੈ, ਡਰ ਦਾ ਨਾਸ ਕਰਨ ਵਾਲਾ ਹੈ, ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਅਤੇ ਭਗਤ ਬਚਲ ਹਰ ਨਾਇਓ। ਹਰੀ ਵਾਹਿਗੁਰੂ ਦਾ ਨਾਮ ਭਗਤਾਂ ਦਾ ਬਚਲ, ਭਗਤਾਂ ਦਾ ਪਿਆਰਾ ਹੈ। ਅਨਾਥੈ ਨਾਥ ਕਿਰਪਾਲ ਦੀਨ ਸਮਰੱਥ ਸੰਤ ਉਟਾਇਓ। ਹੇ ਅਨਾਥਾਂ ਦੇ, ਹੇ ਯਤੀਮਾਂ ਦੇ ਨਾਥ ਸੁਆਮੀ, ਗਰੀਬਾਂ ਉੱਤੇ ਕਿਰਪਾਲਤਾ ਕਰਨ ਵਾਲੇ ਹਰੀ ਪ੍ਰਭੂ, ਸਰਬ ਕਲਾ ਸਮਰੱਥ ਕੇ ਲੋਕ ਪਰਲੋਕ ਵਿੱਚ ਸੰਤਾਂ ਦਾ ਉਟਾਇਓ ਆਸਰਾ ਰੂਪ ਪਰਮੇਸ਼ਰ। ਨਿਰਗੁਣਿਆਰੇ ਕੀ ਬੇਨਤੀ, ਕਿ ਮੇਰੀ ਨਿਰਗੁਣਿਆਰੇ ਗੁਣਾ ਤੋਂ ਹੀਣੇ, ਗੁਣਾ ਤੋਂ ਰਹਿਤ ਦੀ ਇਹੋ ਬੇਨਤੀ ਹੈ ਕਿ ਹੇ ਹਰੀ ਅਕਾਲ ਪੁਰਖ ਦੇਹੋ ਦਰਸ ਹਰ ਰਾਇਓ। ਕਿ ਹੇ ਹਰੀ ਅਕਾਲ ਪੁਰਖ ਮੈਨੂੰ ਆਪਣਾ ਦਰਸ਼ਨ ਦੇਣਾ ਕਰੋ, ਕਿ ਮੇਰੀ ਨਿਰਗੁਣਿਆਰੇ ਗੁਣਾ ਤੋਂ ਰਹਿਤ ਨਿਰਗੁਣ ਹਾਰੇ ਦੀ ਇਹੋ ਹੀ ਬੇਨਤੀ ਹੈ ਕਿ ਹੇ ਹਰੀ ਅਕਾਲ ਪੁਰਖ ਵਾਹਿਗੁਰੂ ਮੈਨੂੰ ਆਪਣਾ ਦਰਸ਼ਨ ਦੇਣਾ ਕਰੋ। ਨਾਨਕ ਸਰਨ ਤੁਹਾਰੀ ਠਾਕੁਰ ਸੇਵਕ ਦੁਆਰੈ ਆਇਓ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ, ਨਾਨਕ ਸਰਨ ਤੁਹਾਰੀ ਠਾਕੁਰ, ਕਿ ਹੇ ਠਾਕੁਰ, ਹੇ ਸੁਆਮੀ, ਮੈਂ ਤੁਹਾਡੀ ਸ਼ਰਨ ਵਿੱਚ, ਮੈਂ ਤੁਹਾਡੀ ਓਟ ਵਿੱਚ ਸੇਵਕ ਬਣ ਕੇ ਤੁਹਾਡੇ ਸਾਧ ਸੰਗਤ ਰੂਪੀ ਦੁਆਰੇ, ਸਾਧ ਸੰਗਤ ਰੂਪੀ ਬੂਹੇ ਅੱਗੇ ਆਇਆ ਹਾਂ। ਆਪ ਜੀ ਦੇ ਗਿਆਨ ਰੂਪੀ ਦਰਵਾਜ਼ੇ 'ਤੇ ਇਸਤਤ ਹੋਇਆ ਹਾਂ। ਕਿਰਪਾ ਕਰਕੇ ਹੇ ਹਰੀ ਅਕਾਲ ਪੁਰਖ ਮੈਨੂੰ ਆਪਣਾ ਦਰਸ਼ਨ ਦੇਣਾ ਕਰੋ, ਕਿ ਮੇਰੀ ਨਿਰਗੁਣਿਆਰੇ ਦੀ ਇਹੋ ਹੀ ਬੇਨਤੀ ਹੈ ਕਿ ਹੇ ਸੁਆਮੀ ਮਾਲਕ ਠਾਕੁਰ, ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ। ਤੁਹਾਡੀ ਸਾਧ ਸੰਗਤ ਰੂਪੀ ਬੂਹੇ ਅੱਗੇ ਆਇਆ ਹਾਂ, ਕਿ ਹੇ ਹਰੀ ਅਕਾਲ ਪੁਰਖ ਵਾਹਿਗੁਰੂ ਮੈਨੂੰ ਆਪਣਾ ਦਰਸ਼ਨ ਦੇਣਾ ਕਰੋ। ਗੌੜੀ ਮਹੱਲਾ ਪੰਜਵਾ। ਰੰਗ ਸੰਗ ਵਿਖਿਆ ਕੇ ਭੋਗਾ, ਇਨ ਕੈ ਸੰਗ ਅੰਧ ਨਾ ਜਾਨੀ। ਹਉ ਸੰਚੋ ਹਉ ਖਾਟਤਾ, ਸਗਲੀ ਅਬਦ ਬਿਹਾਨੀ ਰਹਾਉ। ਹਉ ਸੂਰਾ ਪ੍ਰਧਾਨ ਹਉ, ਕੋ ਨਾਹੀ ਮੁਝੇ ਸਮਾਨੀ। ਜੋਬਨ ਬੰਤ ਅਚਾਰ ਕੁਲੀਨਾ, ਮਨ ਮੈਂ ਹੋਏ ਗਵਾਨੀ। ਜਿਉ ਉਲਝਾਇਓ ਬਾਦ ਬੁੱਧ, ਕਾਮ ਰਤਿਆ ਨਹੀਂ ਬਿਸਰਾਨੀ। ਭਾਈ ਮੀਤ ਬੰਧਵ ਸਖੇ, ਪਾਛੇ ਤਿਨਹੂ ਕਉ ਸੰਪਾਨੀ। ਜਿਤ ਲਾਗੋ ਮਨ ਵਾਸਨਾ, ਅੰਤ ਸਾਈ ਪ੍ਰਗਟਾਨੀ।
ਆਹਾਂ ਬੁੱਧ ਸੁਚ ਕਰਮ ਕਰ, ਇਨ ਬੰਧਨ ਬੰਧਾਨੀ। ਦਇਆਲ ਪੁਰਖ ਕਿਰਪਾ ਕਰਹੁ, ਨਾਨਕ ਦਾਸ ਦਸਾਨੀ। ਮਹਾਰਾਜ ਜੀ 242 ਅੰਗ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਥ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਰੰਗ ਸੰਗ ਵਿਖਿਆ ਕੇ ਭੋਗਾ, ਕਿ ਹਰ ਵਕਤ ਇਹ ਜੀਵ ਵਿਖਿਆ ਵਿਸ਼ਿਆਂ ਦੇ ਭੋਗਾਂ ਨੂੰ ਭੋਗਣ, ਕਿ ਸੰਗ ਨਾਲ ਰੰਗ ਪ੍ਰੇਮ ਲਾਈ ਰੱਖਦਾ ਹੈ। ਹਰ ਵਕਤ ਇਹ ਜੀਵ ਵਿਸ਼ਿਆਂ ਦੇ ਭੋਗਾਂ ਨੂੰ ਭੋਗਣ ਨਾਲ ਪ੍ਰੇਮ ਲਾਈ ਰੱਖਦਾ ਹੈ। ਇਨ ਸੰਗ ਅੰਧ ਨਾ ਜਾਣੀ, ਕਿ ਇਸ ਅੰਧ ਅਗਿਆਨੀ ਜੀਵ ਨੇ ਪਰਮੇਸ਼ਰ ਨਾਲ ਪ੍ਰੀਤੀ ਕਰਨੀ ਨਹੀਂ ਜਾਣੀ। ਰੰਗ ਸੰਗ ਵਿਖਿਆ ਕੇ ਭੋਗਾ, ਇਨ ਸੰਗ ਅੰਧ ਨਾ ਜਾਣੀ, ਕਿ ਹਰ ਵਕਤ ਇਹ ਜੀਵ ਵਿਸ਼ਿਆਂ ਦੇ ਭੋਗਾਂ ਨੂੰ ਭੋਗਣ ਨਾਲ ਪ੍ਰੇਮ ਲਾਈ ਰੱਖਦਾ ਹੈ। ਇਸ ਅੰਧ ਅਗਿਆਨੀ ਜੀਵ ਨੇ ਪਰਮੇਸ਼ਰ ਨਾਲ ਪ੍ਰੀਤੀ ਕਰਨੀ ਨਹੀਂ ਜਾਣੀ, ਕਿ ਹਉ ਸੰਚੋ ਹਉ ਖਾਟਤਾ, ਸਗਲੀ ਅਬਦ ਬਿਹਾਨੀ। ਇਹ ਕਹਿੰਦਾ ਹੈ ਕਿ ਮੈਂ ਧਨ ਇਕੱਠਾ ਕਰਦਾ ਹਾਂ। ਜੀਵ ਇਹ ਕਹਿੰਦਾ ਹੈ ਕਿ ਹਉ ਮੈਂ ਧਨ ਸੰਚੋ ਇਕੱਠਾ ਕਰਦਾ ਹਾਂ। ਹਉ ਖਾਟਤਾ, ਮੈਂ ਹਰ ਰੋਜ਼ ਹੀ ਖੱਟੀ ਖੱਟਦਾ ਹਾਂ। ਇਹੋ ਕੁਝ ਕਰਦਿਆਂ ਇਸ ਦੀ ਸਗਲੀ ਅਬਦ ਬਿਹਾਨੀ, ਇਸ ਦੀ ਸਗਲੀ ਸਾਰੀ ਅਬਦ ਉਮਰ ਬਿਹਾਨੀ ਗੁਜ਼ਰ ਜਾਂਦੀ ਹੈ, ਬਤੀਤ ਹੋ ਰਹੀ ਹੈ। ਹਉ ਸੰਚੋ ਹਉ ਖਾਟਤਾ, ਸਗਲੀ ਅਬਦ ਬਿਹਾਨੀ, ਕਿ ਇਸ ਜੀਵ ਦੀ ਮੈਂ ਕਰਦਿਆਂ ਕਿ ਮੈਂ ਧਨ ਇਕੱਠਾ ਕਰਦਾ ਹਾਂ, ਮੈਂ ਹਰ ਰੋਜ਼ ਖੱਟੀ ਖੱਟਦਾ ਹਾਂ। ਇਹੋ ਕੁਝ ਕਰਦਿਆਂ ਇਸ ਦੀ ਸਾਰੀ ਉਮਰ ਗੁਜ਼ਰ ਭਾਵ ਬਤੀਤ ਹੋ ਰਹੀ ਹੈ। ਹਉ ਸੂਰਾ ਪ੍ਰਧਾਨ ਹੋ, ਕੋ ਨਾਹੀ ਮੁਝੇ ਸਮਾਨੀ। ਫਿਰ ਹੰਕਾਰ ਕਰਦਾ ਹੈ ਕਿ ਮੈਂ ਵੱਡਾ ਸੂਰਮਾ ਹਾਂ, ਮੈਂ ਹੀ ਸਾਰਿਆਂ ਦੇ ਵਿੱਚ ਪ੍ਰਧਾਨ ਮੁਖੀ ਹਾਂ। ਮੇਰੇ ਸਮਾਨੀ, ਮੇਰੇ ਤੁਲ ਹੋਰ ਕੋਈ ਜੱਗ ਵਿੱਚ ਨਹੀਂ ਹੈ, ਸੰਸਾਰ ਵਿੱਚ ਨਹੀਂ ਹੈ, ਭਾਵ ਮੇਰੇ ਵਰਗਾ ਹੋਰ ਕੋਈ ਵੀ ਨਹੀਂ ਹੈ। ਹਉ ਸੂਰਾ ਪ੍ਰਧਾਨ ਹੋ, ਕੋ ਨਾਹੀ ਮੁਝੇ ਸਮਾਨੀ। ਫਿਰ ਇਹ ਜੀਵ ਹੰਕਾਰ ਕਰਦਾ ਹੈ ਕਿ ਮੈਂ ਬੜਾ ਸੂਰਮਾ ਹਾਂ, ਮੈਂ ਹੀ ਸਾਰਿਆਂ ਦੇ ਵਿੱਚ ਪ੍ਰਧਾਨ ਮੁਖੀ, ਮੇਰੇ ਸਮਾਨੀ, ਮੇਰੇ ਤੁਲ ਹੋਰ ਕੋਈ ਜੱਗ ਦੇ ਵਿੱਚ ਸੰਸਾਰ ਦੇ ਵਿੱਚ ਨਹੀਂ ਹੈ, ਭਾਵ ਮੇਰੇ ਵਰਗਾ ਹੋਰ ਕੋਈ ਵੀ ਨਹੀਂ ਹੈ। ਜੋਵਨ ਬੰਤ ਅਚਾਰ ਕਲੀਨਾ, ਮਨ ਮੈਂ ਹੋਏ ਗਵਾਨੀ। ਇੰਨਾ ਹੰਕਾਰ ਹੈ ਇਸ ਨੂੰ ਕਿ ਮੈਂ ਜੋਵਨਵੰਤ ਜਵਾਨੀ ਵਾਲਾ ਹਾਂ, ਮੇਰੇ ਤੇ ਬੜੀ ਜਵਾਨੀ ਹੈ। ਮੈਂ ਆਚਾਰ ਸ੍ਰੇਸ਼ਟ ਕਰਤੱਵ ਕਰਨ ਵਾਲਾ ਹਾਂ, ਮੈਂ ਕੁਲੀਨਾ ਉੱਚੀ ਕੁਲ ਵਾਲਾ ਹਾਂ। ਇਹ ਸੁਭਾਅ ਕਰਕੇ ਜੀਵ ਮਨਮੈ ਹੋਏ ਗਵਾਨੀ, ਕਿ ਇਹ ਮਨ ਦੇ ਵਿੱਚ ਗਵਾਨੀ ਹੰਕਾਰੀ ਹੋ ਰਿਹਾ ਹੈ। ਜੋਵਨਵੰਤ ਆਚਾਰ ਕੁਲੀਨਾ, ਮਨਮੈ ਹੋਏ ਗਵਾਨੀ, ਕਿ ਇੰਨਾ ਹੰਕਾਰ ਹੈ ਇਸ ਜੀਵ ਨੂੰ ਕਿ ਮੈਂ ਜੋਵਨਵੰਤ ਜਵਾਨੀ ਵਾਲਾ ਹਾਂ, ਮੈਂ ਆਚਾਰ ਸ੍ਰੇਸ਼ਟ ਕਰਤੱਵ ਕਰਨ ਵਾਲਾ ਹਾਂ, ਮੈਂ ਕੁਲੀਨਾ ਉੱਚੀ ਕੁਲ ਵਾਲਾ ਹਾਂ। ਇਸ ਸੁਭਾਅ ਕਰਕੇ ਜੀਵ ਮਨ ਵਿੱਚ ਹੰਕਾਰੀ ਹੋ ਰਿਹਾ ਹੈ। ਜਿਉ ਉਲਝਾਇਓ ਬਾਦ ਬੁੱਧ, ਕਾਮ ਰਤਿਆ ਨਹੀਂ ਬਿਸਰਾਨੀ। ਕਿ ਜਨਮ ਤੋਂ ਲੈ ਕੇ ਬਾਦ ਹੁੰਦਾ ਹੈ ਨਾਸ, ਬੁੱਧੀ ਵਾਲਾ, ਕਿ ਜਨਮ ਤੋਂ ਲੈ ਕੇ ਨਾਸ ਬੁੱਧੀ ਵਾਲਾ ਭਾਵ ਅਗਿਆਨੀ ਜੀਵ ਜਿਵੇਂ ਮਾਇਆ ਵਿੱਚ ਉਲਝਿਆ ਹੋਇਆ ਹੈ, ਫਸਿਆ ਹੋਇਆ ਹੈ, ਕਿ ਪੀੜਾ ਦਾ ਇੱਕ ਬੁੱਧੀ ਵਿੱਚ ਜਿਉਂ ਵਸਿਆ ਹੋਇਆ ਹੈ। ਇਸ ਕਰਕੇ ਇਹ ਜੀਵ ਕਾਮਨਾ ਵਿੱਚ ਇਤਨਾ ਰੰਗਿਆ ਹੋਇਆ ਹੈ ਕਿ ਇਸ ਨੇ ਵਿਸ਼ਿਆਂ ਦੀ ਇੱਛਾ ਕਦੇ ਵੀ
ਬਿਸਰਾਨੀ ਭੁਲਾਉਣਾ ਨਹੀਂ ਕੀਤੀ। ਕਾਮ ਰਤਿਆ ਨਹੀਂ ਬਿਸਰਾਨੀ, ਕਿ ਇਹ ਜੀਵ ਕਾਮ ਕਾਮਨਾ ਵਿੱਚ ਇਤਨਾ ਰਤਿਆ ਰੰਗਿਆ ਹੋਇਆ ਹੈ ਕਿ ਇਸ ਨੇ ਵਿਸ਼ਿਆਂ ਦੀ ਇੱਛਾ ਕਦੇ ਵੀ ਬਿਸਰਾਨੀ ਵਿਸਾਰਨਾ ਨਹੀਂ ਕੀਤੀ, ਭੁਲਾਉਣਾ ਨਹੀਂ ਕੀਤੀ। ਰਾਤ ਦਿਨ ਕਾਮਨਾ ਵਿੱਚ ਰਤਿਆ, ਔਗਣਾ ਨੂੰ ਵਿਸਾਰਦਾ ਨਹੀਂ। ਮਹਾਰਾਜ ਜੀ ਸਮਝਾ ਰਹੇ ਹਨ, ਜਿਉਂ ਉਲਝਾਇਓ ਬਾਦ ਬੁੱਧ ਕਾ ਮਰਤਿਆ ਨਹੀਂ ਬਿਸਰਾਨੀ, ਕਿ ਜਿਵੇਂ ਬਾਲਕ ਬੁੱਧੀ ਵਾਲਾ ਜੀਵ ਬਾਲਕ ਪੁਣੇ ਦੀ ਰੀਤੀ ਅਗਿਆਨ ਵਿੱਚ ਫਸਿਆ ਹੋਇਆ ਸੀ, ਉਸੇ ਅਨੁਸਾਰ ਜਵਾਨੀ ਵਿਸ਼ਿਆਂ ਵਿੱਚ ਬੁਢੇਪਾ ਝੋਰਿਆਂ ਵਿੱਚ ਗਵਾ ਲਿਆ ਹੈ। ਇਉਂ ਉਸ ਅਗਿਆਨ ਵਾਲੀ ਰੀਤੀ ਦਾ ਸਦਕਾ ਉਸ ਦੇ ਅਗਿਆਤ ਬੁੱਧੀ ਭੁਲਾਉਣਾ ਨਹੀਂ ਕੀਤੀ। ਮਰਦਿਆਂ ਤੱਕ ਵਿਸ਼ਿਆਂ ਦੀ ਵਾਸਨਾ ਵਿਸਾਰਨਾ ਨਹੀਂ ਕੀਤੀ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਸਮਝਾਉਣਾ ਕੀਤਾ ਹੈ। ਭਾਈ ਮੀਤ ਬੰਧਵ ਸਕੇ, ਪਾਛੇ ਤਿਨਹੁ ਕਉ ਸੰਪਾਨੀ। ਭਾਈ ਭਰਾ, ਮੀਤ ਮਿੱਤਰ, ਬੰਧਵ ਸੰਬੰਧੀ, ਸਖੇ ਪਿਆਰੇ ਆਦਿਕ ਨੂੰ ਮਰਨ ਤੋਂ ਪਿੱਛੋਂ ਇਹ ਜੀਵ ਉਹਨਾਂ ਨੂੰ ਇਕੱਠੀ ਕੀਤੀ ਮਾਇਆ ਸੰਪਾਨੀ ਸੌਂਪ ਜਾਂਦਾ ਹੈ। ਭਾਈ ਮੀਤ ਬੰਧਵ ਸਖੇ, ਪਾਛੇ ਤਿਨਹੁ ਕਉ ਸੰਪਾਨੀ, ਕਿ ਭਾਈ ਭਰਾ, ਮੀਤ ਮਿੱਤਰ, ਬੰਧਵ ਸੰਬੰਧੀ, ਸਖੇ ਪਿਆਰੇ ਆਦਿਕ ਨੂੰ ਮਰਨ ਤੋਂ ਪਿੱਛੋਂ ਇਹ ਜੀਵ ਤਿਨਹੁ ਉਹਨਾਂ ਨੂੰ ਇਕੱਠੀ ਕੀਤੀ ਮਾਇਆ ਸੰਪਾਨੀ ਸੌਂਪ ਜਾਂਦਾ ਹੈ। ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ, ਜਿਸ ਵਾਸਨਾ ਪਿੱਛੇ ਮਨ ਲੱਗਿਆ ਹੋਇਆ ਹੈ, ਅੰਤ ਦੇ ਵੇਲੇ ਉਹ ਹੀ ਪ੍ਰਗਟ ਹੋਣੀ ਹੈ, ਉਹ ਹੀ ਪ੍ਰਗਟਾਨੀ ਪ੍ਰਗਟ ਹੋਣੀ ਹੈ। ਭਾਵ ਉਸੇ ਤਰ੍ਹਾਂ ਦੀ ਦੇਹ ਵਿੱਚ ਪ੍ਰਗਟ ਹੋ ਕੇ ਆਉਣਾ ਹੈ। ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ, ਜਿਸ ਵਾਸਨਾ ਪਿੱਛੇ ਮਨ ਲੱਗਿਆ ਹੋਇਆ ਹੈ, ਅੰਤ ਦੇ ਵੇਲੇ ਉਹ ਹੀ ਪ੍ਰਗਟ ਹੋਣੀ ਹੈ। ਭਾਵ ਉਸੇ ਤਰ੍ਹਾਂ ਦੀ ਦੇਹ ਵਿੱਚ ਪ੍ਰਗਟ ਹੋ ਕੇ ਆਉਂਦਾ ਹੈ। ਜੈਸਾ ਕਿ ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬੇਸਵਾ ਜੋਨ ਬਲ ਬਲ ਅਵਤਰੈ। ਕਿ ਅੰਤ ਕਾਲ ਜੋ ਇਸਤਰੀ ਸਿਮਰੈ, ਇਸਤਰੀ ਚੇਤੇ ਕਰਦਾ ਹੈ, ਤਾਂ ਐਸੀ ਚਿੰਤਾ ਮੈਂ ਜੇ ਮਰੈ, ਜੇ ਮਨ ਦੇ ਵਿੱਚ ਚਿੰਤਾ ਇਸਤਰੀ ਦੀ ਹੈ, ਇਸਤਰੀ ਵੱਲ ਧਿਆਨ ਚਲਿਆ ਗਿਆ, ਬੇਸਵਾ ਜੋਨ ਬਲ ਬਲ ਅਵਤਰੈ, ਤਾਂ ਫਿਰ ਬੇਸਵਾ ਦੀ ਜੋਨ ਦੇ ਵਿੱਚ ਆਉਣਾ ਪੈਂਦਾ ਹੈ। ਅਹੰ ਬੁੱਧ ਸੁਚ ਕਰਮ ਕਰ, ਇਹ ਬੰਧਨ ਬੰਧਾਨੀ। ਜੀਵ ਅਹੰ ਬੁੱਧ ਹੰਕਾਰ ਵਾਲੀ ਬੁੱਧੀ ਕਰਕੇ ਵਿਖਾਵੇ ਸਹਿਤ ਪਵਿੱਤਰਤਾ ਦੇ ਕਰਮ ਤਾਂ ਕਰ ਸਕਦਾ ਹੈ। ਇਸ ਕਰਕੇ ਆਪਣੇ ਆਪ ਨੂੰ ਜੰਜਾਲਾਂ ਵਿੱਚ ਬਣਾ ਲੈਂਦਾ ਹੈ। ਆਹਾਂ ਬੁੱਧ ਸੁਚ ਕਰਮ ਕਰ, ਇਹ ਬੰਧਨ ਬੰਧਾਨੀ। ਜੀਵ ਆਹਾਂ ਬੁੱਧ ਹੰਕਾਰ ਵਾਲੀ ਬੁੱਧੀ ਕਰਕੇ ਦਿਖਾਵੇ ਸਹਿਤ ਪਵਿੱਤਰਤਾ ਦੇ ਕਰਮ ਤਾਂ ਕਰਦਾ ਹੈ। ਇਸ ਕਰਕੇ ਆਪਣੇ ਆਪ ਨੂੰ ਜੰਜਾਲਾਂ ਵਿੱਚ ਬਣਾ ਲੈਂਦਾ ਹੈ। ਇਸ ਨੇ ਸਾਰੀ ਜ਼ਿੰਦਗੀ ਕਾਮ, ਕ੍ਰੋਧ, ਲੋਭ, ਮੋਹ ਆਦਿਕ ਵਿਸ਼ੇ ਵਿਕਾਰਾਂ ਵਿੱਚ ਬਣਾ ਲਈ ਹੈ। ਦਿਆਲ ਪੁਰਖ ਕਿਰਪਾ ਕਰਹੁ, ਨਾਨਕ ਦਾਸ ਦਸਾਨੀ। ਮਹਾਰਾਜ ਜੀ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਆਪਾਂ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰੀਏ, ਦਿਆਲ ਪੁਰਖ ਕਿਰਪਾ ਕਰੋ, ਕਿ ਹੇ ਦਿਆਲ ਦਇਆ ਦੇ ਘਰ ਪੂਰਨ ਪਰਮੇਸ਼ਰ, ਸਾਡੇ 'ਤੇ ਕਿਰਪਾ ਦ੍ਰਿਸ਼ਟੀ ਕਰੋ ਕਿ ਅਸੀਂ ਇਹਨਾਂ ਔਗਣਾਂ ਤੋਂ ਬਚ ਜਾਈਏ ਅਤੇ ਜੋ ਮਨ ਬਾਣੀ ਸਰੀਰ ਕਰਕੇ ਆਪ ਜੀ ਦੇ ਸੇਵਕ ਹਨ, ਸਾਡੀ ਬਿਰਤੀ ਉਹਨਾਂ ਦੀ ਦਾਸੀ ਹੋ ਜਾਏ। ਨਾਨਕ ਦਾਸ ਦਸਾਨੀ। ਮਹਾਰਾਜ ਜੀ ਕਹਿਣ ਲੱਗੇ
ਕਿ ਜੋ ਮਨ ਬਾਣੀ ਸਰੀਰ ਕਰਕੇ ਆਪ ਜੀ ਦੇ ਸੇਵਕ ਹਨ, ਸਾਡੀ ਬਿਰਤੀ ਉਹਨਾਂ ਦੀ ਦਸਾਨੀ ਦਾਸੀ ਹੋ ਜਾਵੇ। ਭਾਵ ਆਪ ਜੀ ਦੇ ਦਾਸਾਂ ਦੇ ਦਾਸ ਦਸਾਉਣਾ ਕਰੀਏ। ਜੁਮਲਾ ਕਿ ਜੁਮਲਾ ਫਾਰਸੀ ਵਿੱਚ ਜੁਮਲਾ ਜੋੜ ਨੂੰ ਕਹਿੰਦੇ ਹਨ। ਇੱਥੇ ਇਹ ਬਾਣੀ ਦਾ ਜੋੜ ਆਇਆ ਹੈ, ਜੋੜ ਨੂੰ ਜੁਮਲਾ ਕਿਹਾ ਹੈ। ਫਾਰਸੀ ਦੇ ਵਿੱਚ ਜੁਮਲਾ ਜੋੜ ਨੂੰ ਕਹਿੰਦੇ ਹਨ। ਅੰਕਾਂ ਦਾ ਵੇਰਵਾ ਹੈ ਇੱਥੇ 16 ਅਸ਼ਟਪਦੀਆਂ ਗੌੜੀ ਗੁਆਰੇਰੀ ਦੀਆਂ, 2 ਅਸ਼ਟਪਦੀਆਂ ਗੌੜੀ ਬੈਰਾਗਣ ਦੀਆਂ ਤੇ 9 ਅਸ਼ਟਪਦੀਆਂ ਤੀਜੇ ਪਾਤਸ਼ਾਹ ਦੀਆਂ, 2 ਕਰਹਲੇ ਚੌਥੇ ਪਾਤਸ਼ਾਹ ਦੇ, 15 ਅਸ਼ਟਪਦੀਆਂ ਪੰਜਵੇਂ ਪਾਤਸ਼ਾਹ ਦੀਆਂ। ਇਸ ਤਰ੍ਹਾਂ ਨਾਲ 44 ਅੰਕ ਲਗਾ ਕੇ ਸਾਰੀਆਂ ਅਸ਼ਟਪਦੀਆਂ ਦਾ ਜੁਮਲਾ ਜੋੜ ਕੀਤਾ ਹੈ। ਜੋੜ ਨੂੰ ਕਿਹਾ ਹੈ ਜੁਮਲਾ। ਇਹ ਬਾਣੀ ਦਾ ਜੋ ਭਾਵ ਹੈ ਕਿ ਜੁਮਲਾ ਜੋੜ ਨੂੰ ਕਿਹਾ ਹੈ। ਅੱਗੇ ਮਹਾਰਾਜ ਜੀ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਰਾਗ ਗੌੜੀ ਪੂਰਬੀ ਛੰਤ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੱਖਣ ਦੇ ਇਲਾਕੇ ਵਿੱਚ ਨਰਮਦਾ ਨਦੀ ਦੇ ਕਿਨਾਰੇ, ਜਿੱਥੇ ਓੰਕਾਰ ਨਾਮ ਦਾ ਇੱਕ ਬਹੁਤ ਪ੍ਰਸਿੱਧ ਹਿੰਦੂ ਮੰਦਰ ਹੈ, ਓੰਕਾਰ ਨਾਮ ਦਾ ਇੱਕ ਬਹੁਤ ਪ੍ਰਸਿੱਧ ਹਿੰਦੂ ਮੰਦਰ ਹੈ, ਉਸ ਥਾਂ 'ਤੇ ਸਤਿਗੁਰੂ ਜੀ ਨੇ ਦੱਖਣੀ ਓੰਕਾਰ ਨਾਮ ਦੀ ਬਾਣੀ ਉਚਾਰਨ ਕੀਤੀ ਹੈ। ਇਹ ਭਾਰਤ ਦੇ ਮੱਧ ਭਾਗ ਵਿੱਚ ਜ਼ਿਲ੍ਹਾ ਨਿਮਾੜ ਮਾਧਾਤਾ ਟਾਪੂ ਵਿੱਚ ਸਥਿਤ ਹੈ। ਇਸ ਪਾਸੇ ਬੈਰਾਗੀਆਂ ਦੀ ਜਮਾਤ ਦਾ ਮੁਖੀ ਰਾਮ ਥੰਮਣ ਸੀ, ਜੋ ਗੁਰੂ ਸਾਹਿਬ ਜੀ ਦੀ ਬੇਦੀ ਵੰਸ਼ ਵਿੱਚੋਂ ਮਾਸੀ ਦਾ ਪੁੱਤਰ ਲੱਗਦਾ ਸੀ। ਇਲਾਕੇ ਵਿੱਚ ਉਹਨਾਂ ਦਾ ਬੜਾ ਸਤਿਕਾਰ ਸੀ। ਬੈਰਾਗੀਆਂ ਦੀ ਜਮਾਤ ਦਾ ਇਹ ਪੂਜਨੀਕ ਸਾਧੂ ਸੀ। ਇਸ ਦੀ ਸੰਗਤ ਕਰਕੇ ਬਹੁਤ ਲੋਕ ਬੈਰਾਗ ਮਤ ਨੂੰ ਧਾਰਨ ਕਰਕੇ ਸੇਵਕ ਬਣ ਜਾਂਦੇ ਸਨ। ਇੱਥੇ ਦੱਖਣ ਦੇ ਵਿੱਚ ਰਾਮ ਥੰਮਣ ਗੁਰੂ ਜੀ ਨੂੰ ਮਿਲਿਆ ਅਤੇ ਬੇਨਤੀ ਕੀਤੀ ਕਿ ਹੇ ਗਰੀਬ ਨਵਾਜ਼, ਮੈਨੂੰ ਲੋਕ ਕਹਿੰਦੇ ਹਨ ਕਿ ਰਾਮ ਥੰਮਣ ਪਹੁੰਚਿਆ ਹੋਇਆ ਹੈ, ਪਰਮੇਸ਼ਰ ਦੀ ਪ੍ਰਾਪਤੀ ਵਾਲਾ ਹੈ, ਪਰ ਹੇ ਸਤਿਗੁਰੂ, ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ। ਆਪ ਮੇਰੇ 'ਤੇ ਕਿਰਪਾ ਦ੍ਰਿਸ਼ਟੀ ਕਰੋ ਕਿ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ। ਇਹ ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰਾਮ ਥੰਮਣ ਦੇ ਪ੍ਰਥਾਏ ਗੌੜੀ ਦੀ ਪੂਰਬੀ ਜਾਤੀ ਵਿੱਚ ਛੰਤ ਉਚਾਰਨ ਕੀਤੇ। ਇਸ ਦਾ ਜਨਮ ਮਾਤਾ ਲੱਖੋ ਦੀ ਕੁੱਖ ਤੋਂ ਹੋਇਆ ਸੀ, ਜੋ ਰਾਮ ਥੰਮਣ ਸਨ। ਇਸ ਦਾ ਜਨਮ ਮਾਤਾ ਲੱਖੋ ਦੀ ਕੁੱਖ ਤੋਂ ਹੋਇਆ ਸੀ, ਜੋ ਮਾਤਾ ਤ੍ਰਿਪਤਾ ਦੀ ਭੈਣ ਸੀ। ਤਵਾਰੀਖ ਗੁਰੂ ਖਾਲਸਾ 'ਚ ਇਹ ਨਾਮ ਦਿੱਤਾ ਹੈ ਅਤੇ ਮਹਾਨ ਕੋਸ਼ ਵਿੱਚ ਵੀ। ਇਸ ਵਿੱਚ ਗੁਰੂ ਜੀ ਨੇ ਇਸ ਨੂੰ ਪ੍ਰੇਮੀ ਜਾਣ ਕੇ ਉੱਤਮ ਮੱਧਮ ਕਨਿਸ਼ਟ ਸਖੀ ਦੇ ਸੰਵਾਦ ਦੁਆਰਾ ਉਪਦੇਸ਼ ਦੇਣਾ ਕੀਤਾ ਹੈ। ਕਨਿਸ਼ਟ ਸਖੀ ਜਦੋਂ ਆਪਣਾ ਕਨਿਸ਼ਟਪੁਣਾ ਛੱਡ ਕਰਕੇ ਉੱਤਮ ਸਖੀਆਂ ਦੀ ਨਿਆਈ ਹੋ ਜਾਏ, ਜਿੰਨਾ ਚਿਰ ਦੁਨੀਆ ਅੰਦਰ ਤਮੋ ਗੁਣ ਭਾਵ ਰਹਿੰਦਾ ਹੈ, ਉਤਨਾ ਚਿਰ ਕਨਿਸ਼ਟ ਸਖੀ ਬਣਿਆ ਰਹਿੰਦਾ ਹੈ। ਮੱਧਮ ਸਖੀ ਜਿੰਨਾ ਚਿਰ ਦੁਨੀਆ ਵਿੱਚ ਰਜੋ ਗੁਣ ਨਾਲ ਪਸਾਰਾ ਰਹਿੰਦਾ ਹੈ, ਉਤਨਾ ਚਿਰ ਮੱਧਮ ਸਖੀ ਦੀ ਨਿਆਈ ਬਣਿਆ ਰਹਿੰਦਾ ਹੈ। ਉੱਤਮ ਸਖੀ ਜਦੋਂ ਸਤੋ ਗੁਣ ਦੀ ਪ੍ਰਧਾਨਤਾ ਹੁੰਦੀ ਹੈ, ਉਦੋਂ ਉੱਤਮ ਸਖੀ ਦੀ ਨਿਆਈ ਬਣ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਜੀ ਨੇ ਉੱਤਮ ਮੱਧਮ ਕਨਿਸ਼ਟ ਸਾਰਿਆਂ ਨੂੰ ਤਾਰਨ ਵਾਸਤੇ ਉਪਦੇਸ਼ ਉਚਾਰਨ ਕੀਤਾ ਹੈ ਅਤੇ ਰਾਮ ਥੰਮਣ ਨੂੰ ਇਹ ਜਾਪ ਕਰਨ ਲਈ ਉਪਦੇਸ਼ ਦਿੱਤਾ। ਇਸ ਤੋਂ ਪਹਿਲਾਂ ਸਨਾਤਨ ਮਤ ਅਨੁਸਾਰ ਉਹ ਇਹ ਜਾਪ ਕਰਦਾ ਸੀ ਰਾਮ ਥੰਮਣ ਕਿ
हरे राम हरे राम हरे राम, हरे कृष्ण 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 हरे हरे। राम थंमण ਇਹ ਜਾਪ ਕਰਦਾ ਸੀ। गुरु जी ने ਇਹ ਖੋੜਸਾ ਮੰਤਰ ਉਸ ਵਕਤ ਉਚਾਰਨ ਕੀਤਾ ਜੋ ਗੌੜੀ ਦੇ ਸੰਤਾਂ ਦੇ ਆਦਿ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰੱਖਿਆ ਸੀ। ਅਦਵੈਤ ਰੂਪ ਪਰਮੇਸ਼ਰ ਓੰ, ਸਾਰਿਆਂ ਦਾ ਪ੍ਰਕਾਸ਼ਕ, ਸਤਨਾਮ ਉਸ ਦਾ ਨਾਮ ਸਤ ਸਰੂਪ ਹੈ। ਕਰਤਾ ਸਾਰੀ ਸ੍ਰਿਸ਼ਟੀ ਦਾ ਰਚਨ ਵਾਲਾ ਹੈ। ਪੁਰਖ ਸਾਰਿਆਂ ਥਾਵਾਂ ਵਿੱਚ ਵਿਆਪਕ ਹੈ, ਜੋ ਗੁਰ ਪ੍ਰਸਾਦ ਗੁਰਾਂ ਦੀ ਕਿਰਪਾ ਕਰਕੇ ਹੀ ਪ੍ਰਾਪਤ ਹੁੰਦਾ ਹੈ। ਰਾਗ ਗੌੜੀ ਦੀ ਪੂਰਬੀ ਜਾਤੀ ਵਿੱਚ ਛੰਤ ਜਸ ਰੂਪ ਬਾਣੀ, ਮਹੱਲਾ ਪਹਿਲਾ, ਪਹਿਲੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਉਚਾਰਨ ਕਰਦੇ ਹਨ। ਇਸ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਪ੍ਰਤੱਖ ਪਤੀ ਤੋਂ ਵਿਛੜੀ ਹੋਈ ਇਸਤਰੀ ਦਾ ਬਾਹਰੀ ਦ੍ਰਿਸ਼ਟਾਂਤ ਦੇ ਕੇ ਅੰਤਰੀ ਭਾਵ ਵਿੱਚ ਜਗਿਆਸੂ ਰੂਪੀ ਇਸਤਰੀ ਦਾ ਪਤੀ ਪਰਮੇਸ਼ਰ ਤੋਂ ਪਿਆ ਵਿਛੋੜਾ, ਦੂਸਰੇ ਪਦ ਵਿੱਚ ਮਿਲਾਪ ਦਾ ਉਪਾਅ, ਤੀਸਰੇ ਪਦ ਵਿੱਚ ਉਪਾਅ ਦੇ ਵਰਤਣ ਤੇ ਪ੍ਰਾਪਤੀ ਦਾ ਵਰਣਨ ਹੈ ਅਤੇ ਚੌਥੇ ਪਦ ਵਿੱਚ ਪ੍ਰਾਪਤ ਹੋ ਗਈ ਮੇਲ ਅਵਸਥਾ ਦਾ ਕਥਨ ਹੈ। ਇਸ ਵਿੱਚ ਉੱਤਮ, ਮੱਧਮ ਤੇ ਕਨਿਸ਼ਟ ਸਖੀ ਦੇ ਸੰਵਾਦ ਦੁਆਰਾ ਉਪਦੇਸ਼ ਕਥਨ ਕਰਦੇ ਹਨ। ਮੱਧਮ ਸਖੀ ਉੱਤਮ ਸਖੀ ਦੇ ਪਾਸ ਕਨਿਸ਼ਟ ਸਖੀ ਦੀ ਹਾਲਤ ਦੱਸੀ ਦੀ ਹੋਈ ਕਹੀ ਹੈ ਕਿ ਮੁੰਦ ਰਹਿਣ ਦੁਹੇਲੜੀਆ ਜੀਓ ਨੀਂਦ ਨਾ ਆਵੈ। ਮਹਾਰਾਜ ਜੀ ਕਹਿਣ ਲੱਗੇ, ਹੇ ਮਹਾਤਮਾ ਜੀ, ਪਤੀ ਤੋਂ ਵਿਛੜੀ ਹੋਈ ਇਸਤਰੀ ਵਾਂਗ ਉਹ ਸ਼ਾਸਤਰ ਗਿਆਨ ਤੋਂ ਹੀਣੀ, ਵਿਵੇਕ ਬੈਰਾਗ ਖੱਟ ਸੰਮਤੀ ਮੋਖ ਇੱਛਾ ਤੋਂ ਰਹਿਤ ਪਰਮੇਸ਼ਰ ਪਤੀ ਦੀ ਗਿਆਤ ਤੋਂ ਹੀਣੀ, ਮੁੰਦ ਮੁਗਧ ਬੇਸਮਝ ਇਸਤਰੀ ਦੀ ਅਵਸਥਾ, ਉਮਰ ਰੂਪੀ ਰਾਤ ਬਹੁਤ ਦੁਹੇਲੜੀਆ ਦੁੱਖ ਵਿੱਚ ਬਤੀਤ ਹੁੰਦੀ ਹੈ। ਪਤੀ ਪਰਮੇਸ਼ਰ ਦੇ ਮਿਲਾਪ ਤੋਂ ਬਿਨਾਂ ਉਸ ਨੂੰ ਪ੍ਰਤੱਖ ਸ਼ਾਂਤੀ ਰੂਪੀ ਨੀਂਦ ਨਹੀਂ ਆਉਂਦੀ। ਸਾ ਤਨ ਦੁਬਲੀਆ ਜੀਓ ਪਿਰ ਕਹਿ ਹਾਵੈ। ਹੇ ਮਹਾਤਮਾ ਜੀ, ਜਿਵੇਂ ਉਸ ਪਤੀ ਤੋਂ ਵਿਛੜੀ ਹੋਈ ਧਨ ਇਸਤਰੀ ਪਤੀ ਦੇ ਹਾਵੇ ਵਿਜੋਗ ਕਰਕੇ ਦਿਨੋਂ ਦਿਨ ਦੁਬਲੀਆ ਕਮਜ਼ੋਰ ਹੋ ਜਾਂਦੀ ਹੈ, ਉਸੇ ਪ੍ਰਕਾਰ ਉਹ ਕਨਿਸ਼ਟ ਜਗਿਆਸੂ ਰੂਪ ਇਸਤਰੀ ਪਤੀ ਪਰਮੇਸ਼ਰ ਦੇ ਮਿਲਾਪ ਤੋਂ ਬਿਨਾਂ ਹੌਂਕੇ ਲੈ ਲੈ ਕਰਕੇ ਕਮਜ਼ੋਰ ਹੋ ਰਹੀ ਹੈ। ਧਨ ਥੀ ਦੁਬਲ ਕੰਤ ਹਾਵੈ ਕੇਵ ਨੈਣੀ ਦੇਖੇ। ਪਤੀ ਪਰਮੇਸ਼ਰ ਦੀ ਜਾਤ ਦੇ ਹਾਵੈ ਹੌਂਕਿਆਂ ਕਰਕੇ ਉਹ ਜਗਿਆਸੂ ਰੂਪੀ ਇਸਤਰੀ ਵਿਵੇਕ ਰੂਪੀ ਬਲ ਤੋਂ ਹੀਣੀ, ਦੁਬਲ ਹਮਜਾ ਕਮਜ਼ੋਰ ਥੀ ਹੋ ਰਹੀ ਹੈ। ਹੇ ਉੱਤਮ ਸਖੀ, ਦੱਸ ਉਹ ਕਿਸ ਪ੍ਰਕਾਰ ਨੈਣੀ ਦੇਖੀਏ, ਨੇਤਰਾਂ ਨਾਲ ਪਤੀ ਪਰਮੇਸ਼ਰ ਨੂੰ ਦੇਖਣਾ ਕਰੀਏ। ਸਿਗਾਰ ਮਿੱਠ ਰਸ ਭੋਗ ਭੋਜਨ ਸਭ ਝੂਠ ਕਿਤੈ ਨਾ ਲੇਖੇ। ਕਿ ਹੇ ਮਹਾਤਮਾ ਰੂਪੀ ਉੱਤਮ ਸਖੀ, ਪਤੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ ਉਸ ਦੇ ਹੋਰ ਜਪ ਤਪ ਪ੍ਰਮਾਣ ਰੂਪੀ ਕੀਤੇ ਸਿਗਾਰ ਮਿੱਠੇ ਪਦਾਰਥ ਦਾ ਰਸ ਠਾਕਰਾਂ ਨੂੰ ਭੋਗ ਆਦਿਕ ਲਗਾਉਣਾ ਤੇ ਭੋਜਨ ਆਦਿਕ ਅਰਪਣਾ, ਮਿੱਠੇ ਭੋਗ ਪਦਾਰਥ ਰਸਦਾਇਕ ਭੋਜਨ ਛਕਣੇ ਸਾਰੇ ਝੂਠੇ ਹੀ ਹਨ। ਮੈਂ ਮਤ ਜੋਵਨ ਗਰਭ ਗਾਲੀ ਦੁੱਧਾ ਥਣੀ ਨਾ ਆਵੈ। ਕਿ ਹੇ ਉੱਤਮ ਸਖੀ, ਇੰਜ ਲੱਗਦਾ ਹੈ ਕਿ ਇਹ ਜਵਾਨੀ ਦੇ ਹੰਕਾਰ ਰੂਪੀ ਮੈਂ ਸ਼ਰਾਬ ਦੀ ਮਸਤੀ ਨੇ ਗਾਲ ਦਿੱਤੀ ਹੈ ਕਿ ਮਮਤਾ ਰੂਪੀ ਸ਼ਰਾਬ ਪੀ ਕੇ ਮਸਤ ਹੋ ਰਹੀ ਹੈ ਤੇ ਜੋਬਨ ਅਵਸਥਾ ਦੇ ਹੰਕਾਰ ਵਿੱਚ ਗਲੀ ਫਿਰਦੀ ਹੈ ਕਿ ਮੈਨੂੰ ਪਤੀ ਪਰਮੇਸ਼ਰ ਦੇ ਮਿਲਣ ਦਾ ਬਹੁਤ ਸ਼ੌਂਕ ਹੈ, ਪਰ ਹੰਕਾਰ ਕਰਕੇ ਵਾਹਿਗੁਰੂ ਦਾ ਪ੍ਰੇਮ
ਗੁਆਈ ਬੈਠੀ ਹੈ। ਜਿਵੇਂ ਆਸਥਨਾ ਵਿੱਚੋਂ ਦੁੱਧ ਚੋਇਆ ਹੋਇਆ ਦੁੱਧ ਮੁੜ ਆਸਥਨਾ ਦੇ ਛਿਦਰਾਂ ਰਾਹੀਂ ਛੇਕਾਂ ਰਾਹੀਂ ਅੰਦਰ ਨਹੀਂ ਆਉਂਦਾ, ਇਸੇ ਤਰ੍ਹਾਂ ਸਰੀਰ ਵਿੱਚੋਂ ਨਿਕਲੇ ਹੋਏ ਸੁਬਾਸ ਮੁੜ ਸਰੀਰ ਵਿੱਚ ਪ੍ਰਵੇਸ਼ ਨਹੀਂ ਹੁੰਦੇ। ਇਸੇ ਪ੍ਰਕਾਰ ਸਾਖੀ ਚੇਤਨ ਰੂਪੀ ਪਤੀ ਦੀ ਪ੍ਰਾਪਤੀ ਤੋਂ ਬਿਨਾਂ ਗਿਆਨ ਰੂਪੀ ਪੁੱਤਰ ਪੈਦਾ ਨਹੀਂ ਹੋ ਸਕਦਾ। ਗਿਆਨ ਰੂਪੀ ਪੁੱਤਰ ਵਾਸਤੇ ਸਾਧਨਾ ਰੂਪੀ ਆਸਥਨਾ ਵਿੱਚੋਂ ਨਿਸਕਾਮਤਾ ਰੂਪੀ ਦੁੱਧ ਨਹੀਂ ਆਵੇਗਾ। ਨਾਨਕ ਸਾਧਨ ਮਿਲੈ ਮਿਲਾਈ ਬਿਨ ਫਿਰ ਨੀਂਦ ਨਾ ਆਵੇ। ਕਿ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੱਧਮ ਸਖੀ ਉੱਤਮ ਸਖੀ ਨੂੰ ਕਹਿੰਦੀ ਹੈ ਕਿ ਉਹ ਕਨਿਸ਼ਟ ਜਗਿਆਸੂ ਰੂਪੀ ਇਸਤਰੀ ਗੁਰੂ ਦੀ ਮਿਲਾਈ ਹੋਈ ਪਤੀ ਪਰਮੇਸ਼ਰ ਨਾਲ ਮਿਲ ਸਕਦੀ ਹੈ, ਜਿਸ ਨੂੰ ਪਤੀ ਪਰਮੇਸ਼ਰ ਤੋਂ ਬਗੈਰ ਪ੍ਰਤੱਖ ਸ਼ਾਂਤੀ ਸਮਾਧੀ ਰੂਪੀ ਨੀਂਦ ਨਹੀਂ ਆਉਂਦੀ। ਮਹਾਰਾਜ ਜੀ ਨੇ ਪਹਿਲੇ ਬੰਦ ਦੇ ਵਿੱਚ ਬੜੇ ਹੀ ਵਿਸਤਾਰ ਦੇ ਨਾਲ ਸਮਝਾਉਣਾ ਕੀਤਾ ਹੈ। ਸਮਾਂ ਹੋ ਚੁੱਕਿਆ ਹੈ। ਆਓ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ। ਮਹਾਰਾਜ ਕਿਰਪਾ ਕਰਨ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਹੋਵੇ। ਚੱਲਿਆ ਹੋਇਆ ਕਦਮ ਲੇਖੇ ਵਿੱਚ ਲਾਉਣ